अस्सलामुअलैकुम नाज़रीन, अल्लाह ताला से ये उम्मीद करता हूँ कि अल्लाह ताला ने आपको जहाँ पर भी रखा होगा अपने हिफ्ज़ व अमान में रखा होगा। मैं अख्तर, गुजरात की जो है स्टोरी उसको हम लम्हा व लम्हा हर हालातों वाक़या से आपको आगाह करने की कोशिश कर रहे हैं। और आज मैं आपको जिस बंदे के साथ जो है ना इंटरव्यू हुआ हुआ आपके सामने रखने लगा हूँ ना, आपने एक एक बात को जो है नोट करना है। आपने ये देखना है इस बंदे के लबो लहजे से, जिसका नाम महर अख्तर है, क्या ये इतना बड़ा गॉड फादर हो सकता है? क्या ये श्रीसन माफिया का हेड हो सकता है? क्या ये वो जेडी ठुकराल, कांचा चीना या ये जो है रोशी महानता हो सकता है? अक्सर पता है क्या होता है, कुछ लोग ऐसे होते हैं जो अल्फाज का चुनाव दुरुस्त रख के जो है ना अपने आप को जो है ना प्रेजेंट करने में गलती कर जाते हैं। कुछ ऐसे अफराद होते हैं जो बड़े साबित कदम होते हैं, कुछ मेरी तरह के होते हैं जो बड़ी पुनी नतारी और चंडी फूकी बात करने वाले होते हैं, लेकिन लबो लहजे से हम कोई ना कोई नतीजा अखज़ करते हैं कि आया ये बंदा शरीफ आदमी है, बदमाश है, तेज़ तरार है, डफर है, तेज़ दिमाग का, ये सारी चीज़ें हमारे सामने आ जाती हैं। तो मैं चाहता हूं कि आप इस करैक्टर के बारे में, जिसको लोगों ने हवा बना के हमारे आगे रखा हुआ था और मैंने एज इट इज़ आपके आगे जो है ना सारे हालात रख दिए, अब मैं चाहता हूं कि आप खुद से फैसला करें, क्योंकि मेरे हर प्रोग्राम का, मेरी हर लाइन का, मेरे हर लफ्ज़ का फैसला आप लोगों ने करना होता है। आपसे बेहतर जज कोई नहीं है। आप ये रिकॉर्डिंग सुना। अस्सलाम वालेकुम जी। वालेकुम सलाम सर, सब तो पहले तो मैं बड़ा शर्मिंदा हाँ कि मेरा मतलब तुसी बीमार हो और मैंने तुहानू डिस्टर्ब करना पै रहा है, तुहानू शिफाए कामला अता फरमान। नहीं, ठीक है ना कोई सर? गल नहीं, कोई गल नहीं, ठीक है। अच्छा सर, ਤੁਹਾਡੇ ਨਾਲ ਤੇ ਮੇਰੀ ਜੋ ਪਹਿਲੇ ਗੱਲ ਹੋਈ ਹੈ, ਮੈਨੂੰ ਅੰਦਾਜ਼ਾ ਹੈ ਕਿ ਤੁਸੀਂ ਬੜੇ ਹੰਬਲ ਮਿਜ਼ਾਜ ਇਨਸਾਨ ਹੋ ਔਰ ਉਮਰ ਦੇ ਮਾਸ਼ਾਅੱਲਾ ਉਸ ਹਿੱਸੇ ਤੇ ਹੋ ਕਿ ਤੁਸੀਂ ਤੇ ਝੂਠ ਬੋਲ ਹੀ ਨਹੀਂ ਸਕਦੇ ਨਾ, ਇਸ ਗੱਲ ਦੀ ਗਰੰਟੀ ਹੈਗੀ ਹੈ। ਤੁਸੀਂ ਦੱਸੋ ਸਰ, ਇਹ ਜਿਹੜੀਆਂ ਗੱਲਾਂ, ਇਸ ਗੱਲ ਦੀ ਪੱਕੀ ਗਾਰੰਟੀ ਹੈ, ਨਾ ਮੈਂ ਝੂਠ ਬੋਲ ਸਕਣਾ ਨਾ ਮੈਂ ਬੋਲਣਾ ਸੱਚਾ ਹੈ। ਬਿਲਕੁਲ ਠੀਕ ਹੈ ਸਰ। ਇਹ ਜਿਹੜੀਆਂ ਗੱਲਾਂ ਜ਼ਰਾਏ ਤੋਂ ਤੁਹਾਨੂੰ ਪਤਾ ਲੱਗੀਆਂ ਨੇ, ਤੁਸੀਂ ਇਹਨਾਂ ਦੇ ਬਾਰੇ ਕੀ ਕਹਿੰਦੇ ਹੋ? ਜੀ, ਮੈਂ ਇਹ ਕਹਿਣਾ ਕਿ ਸਾਰੇ ਟੋਟਲੀ ਤੁਹਾਨੂੰ ਮਿਸ ਇਨਫੋਰਮੇਸ਼ਨ ਹੋਈ। ਠੀਕ ਹੈ, ਟੋਟਲੀ ਠੀਕ ਹੋ। ਔਰ ਮੈਂ ਅਲਫਾ ਨੇ ਕਹਿਣਾ ਕਿ ਇਹ ਸਾਰੀਆਂ ਗੱਲਾਂ ਟੋਟਲੀ ਗਲਤ ਨੇ। ਸਰ ਕੀ ਕਰੈਕਟਰ ਹੈ ਅਖਤਰ ਗੁੱਜਰ? ਕੀ ਇਹਦਾ ਤੇ ਰੋਸ਼ਨੀ ਪਾਓ ਨਾ ਥੋੜੀ। ਪਰ ਮੈਂ ਤੁਹਾਨੂੰ ਇੱਕ ਨਾ ਅੱਜ ਦਾ ਕਿਸੇ ਨੇ ਨਾ ਇੰਟਰਵਿਊ ਦਿੱਤਾ, ਉਹ ਤੁਹਾਨੂੰ ਭੇਜਿਆ। ਠੀਕ ਹੈ। ਅਖਤਰ ਗੁੱਜਰ ਦੀ ਹਿਸਟਰੀ ਇਹ ਹੈ, ਇਹ ਦੁਸ਼ਮਣਦਾਰੀ ਵਿੱਚ 1 ਨੰਬਰ, ਪੱਤਾਖੋਰੀ ਵਿੱਚ ਸਾਡੇ ਇਲਾਕੇ 'ਚ 1 ਨੰਬਰ, ਸਾਡੇ ਪਿੰਡ ਦੇ ਇੱਕ ਮੁਸੱਲੀ ਕੋਲੋਂ ਅਫਜ਼ਲ ਉਹਦਾ ਨਾਂ, ਇਹਨੇ 10 ਲੱਖ ਰੁਪਇਆ ਲਿਆ। ਅੱਛਾ ਜੀ। ਤਾਵਾਨ ਜੀ। ਅੱਛਾ ਜੀ। ਤਾਵਾਨ। ਅੱਛਾ ਜੀ। ਤਾਵਾਨ ਨੇ ਪਤਾ ਲਿਆ। ਤਾਵਾਨ ਹੁੰਦਾ ਕਿਸੇ ਚੀਜ਼ ਅਗਵਾ ਕਰਕੇ, ਬਦਲੇ ਵਿੱਚ, ਅਗਵਾ ਕਰਕੇ। ਬਿਲਕੁਲ ਠੀਕ, ਬਿਲकुल ठीक। पता लेता है, जगह टैक्स। जी, इन्हें पता लिया। जी जी जी, ये जगह टैक्स लैंदा है। हाँ जी। अज दा नहीं। अच्छा जी। अज नहीं, इन्हू पिछले कमो पेश 30 साल हो गए। अच्छा जी। ते अज तक जिंदा किस तरह फिर? पुलिस इनू की, पुलिस दे अगे बेबस है? ये सारे केस सारे पब्बी विच ते आजाद विच। अच्छा जी। आजाद कश्मीर विच। ठीक है जी। जी जी। ਇਹਦੀ ਪੁਸ਼ਤ ਪਨਾਈ ਜਿਸ ਵਕਤ ਇਹਨੂੰ ਇੱਥੋਂ ਤੰਗ ਹੁੰਦਾ ਹੈ ਤੇ ਆਜ਼ਾਦ ਕਸ਼ਮੀਰ ਵਿੱਚ ਜਾ ਕੇ ਅਪਣਾ ਲੈਂਦਾ ਹੈ। ਅੱਛਾ ਜੀ। ਸਾਡੇ ਪੱਬੀ ਵਿੱਚ ਬੱਕਰਵਾਲ ਨੇ, ਉਹਨਾਂ ਨਾਲ ਇਹਦੇ ਬੜੇ ਅੱਛੇ ਮਰਾਸਮ ਨੇ। ਉਹਨਾਂ ਦੀ ਬਕਾਇਆ ਫੈਮਿਲੀ ਆਜ਼ਾਦ ਵਿੱਚ ਰਹਿੰਦੀ ਹੈ, ਇਹ ਉੱਥੇ ਜਾ ਅਪਣਾ ਲੈਂਦਾ ਤਾਂ ਪੁਲਿਸ ਦੀ ਬਚਿਆ ਰਹੇ। ਜੀ ਜੀ। ਤੇ ਇਹਦਾ ਇਸ ਦੀ ਪਹਿਲੇ ਡਿੰਗੇ ਖੁਰਦ ਵਿੱਚ ਇੰਨੇ ਬੰਦੇ ਕਤਲ ਕੀਤੇ। ਉਹਨਾਂ ਦਾ ਮੈਂ ਔਰ ਮੇਰੇ ਵੱਡੇ ਭਾਈ ਚੋਰੀ ਗੁਲਾਮ ਰਬਾਨੀ, ਅਸੀਂ ਇਹਨਾਂ ਦਾ ਰਾਜ਼ੀਨਾਮਾ ਕਰਾਇਆ। ਜੀ ਜੀ। ਠੀਕ ਹੈ। ਅਗਰ ਅਸੀਂ ਇਸ ਤਰ੍ਹਾਂ ਦੇ ਹੁੰਦੇ, ਇਹ ਸਾਡਾ ਕਰੈਕਟਰ ਹੁੰਦਾ ਤੇ ਅਸੀਂ ਕਦੀ ਰਾਜ਼ੀਨਾਮਾ ਨਹੀਂ ਸੀ ਕਰਾਉਂਦੇ। ਠੀਕ ਹੈ। ਮੈਂ ਨਾਰਵੇ ਚ ਗਿਆ ਤੇ ਜਾ ਕੇ ਜਿਨ੍ਹਾਂ ਦੇ ਇਹਨੇ ਕਤਲ ਕੀਤੇ ਉਹਨਾਂ ਦੀਆਂ ਮਿੰਨਤਾਂ ਕੀਤੀਆਂ, ਇਹਨਾਂ ਦਾ ਸੁਲ੍ਹਾ ਕਰਾਈ। ਠੀਕ ਹੈ। ਸਾਡਾ ਨਾਮ, ਮੇਰਾ ਨਾ ਮੇਰੇ ਭਰਾਵਾਂ ਦਾ, ਨਾ ਮੇਰੇ ਬਾਪ ਦਾ, ਨਾ ਮੇਰੇ ਦਾਦੇ ਦਾ ਇਹ ਕਰੈਕਟਰ ਹੈ ਕਿ ਅਸੀਂ
ਕਿਸੇ ਨੂੰ ਪੈਸੇ ਦੇ ਕੇ ਤੇ ਬਦਮਾਸ਼ ਬਣਾਈਏ। ਵੈਰੀ ਸਾਨੂੰ ਗੁੱਡ, ਵੈਰੀ ਗੁੱਡ। ਬਦਮਾਸ਼ੀ ਦੀ ਟੋਟਲ ਜ਼ਰੂਰਤ ਨਹੀਂ। ਅੱਛਾ ਸਰ, ਠੀਕ ਹੈ ਸਰ ਜਿਹੜੇ ਇਹ ਲੋਕ ਤੁਸੀਂ ਕਰੋ ਗੱਲ। ਮੈਂ ਇੱਕ ਮਿੰਟ ਮੇਰੀ ਰਿਕੁਐਸਟ ਸੁਣ ਲਓ ਜੀ ਜੀ। ਸਾਡੇ ਬਾਰੇ ਥਾਣੇ ਡਿੰਗੇ ਦੇ ਬਲਕਿ ਜ਼ਿਲ੍ਹੇ ਗੁਜਰਾਤ ਦੇ ਕਿਸੇ ਵੀ ਮੁਅੱਜ਼ਜ਼ ਆਦਮੀ को ਮੇਰੇ ਬਾਪ ਦਾ ਮੇਰਾ ਕਰ ਲੋ ਕਿ ਕਿਸੇ ਕਿਸਮ ਦੀ ਅਸੀਂ ਇਸ ਮਸਲੇ 'ਚ ਇਨਵੋਲਵ ਹਾਂ। ਠੀਕ ਹੈ, ਠੀਕ ਹੈ ਕਿ ਅਸੀਂ ਇਹ ਜਿਹੜੀ ਹੈ ਨਾ ਕਿ ਗੁੰਡਾਗਰਦੀ ਦੇ ਸਖਤ ਖਿਲਾਫ ਹਾਂ। ਗੁੰਡੇ ਹੁੰਦੇ ਅਸੀਂ ਸਖਤ ਖਿਲਾਫ ਹਾਂ। ਠੀਕ ਹੈ, ਔਰ ਮੈਨੂੰ ਨਾਰਵੇ 54 ਸਾਲ ਹੋ ਗਏ ਨੇ ਸਰ। ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਤੇ ਜਿਹੜਾ ਬੰਦਾ ਫਾਰਮ ਵਿੱਚ ਰਹਿੰਦਾ ਇੰਨੇ ਸਾਲ ਹੋ ਗਏ, ਹੁਣ ਤੁਸੀਂ ਇੱਕ ਮੇਰੇ ਮੱਥੇ ਲਾਇਆ ਕਿ ਇੰਨੇ ਮੇਰੇ ਟਰੱਕ ਚੱਲਦੇ ਨੇ। ਜੀ ਜੀ। ਸਾਰੀ ਮੈਨੂੰ ਤਾਂ ਪੈਨਸ਼ਨ ਹੋਇਆ ਹੈ, ਅਰਸਾ ਦਰਾਜ਼ ਹੋ ਗਿਆ। ਟਰੱਕ ਚੱਲਦੇ ਹੋਣ ਤੇ ਮੇਰੇ ਬੱਚਿਆਂ ਦੀਆਂ ਵੀ ਅੱਗੋਂ ਕੰਪਨੀਆਂ ਹੋਣ। ਜੀ 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 ਜੀ। ਟੋਟਲੀ ਤੁਹਾਨੂੰ ਕਿਸ ਬੰਦੇ ਨੇ ਮਿਸ ਇਨਫੋਰਮੇਸ਼ਨ ਦਿੱਤੀ। ਫਿਰ ਜਿਹੜੀ ਤੁਸੀਂ ਕਿਹਾ ਕਿ ਮੈਂ ਸ਼ਾਹਰੁਖ ਨੂੰ ਇੰਨੇ ਪੈਸੇ ਦਿੱਤੇ ਨੇ। ਨਹੀਂ ਤੁਹਾਡਾ ਨਹੀਂ, ਮੈਂ ਕਿਹਾ ਸੀ ਕਿ ਉਹਨਾਂ ਨੇ ਮਹਿਰ ਸ਼ਾਹਦ, ਮੇਰਾ ਕੋਈ ਪਤਾ ਨਹੀਂ, ਤੁਸੀਂ ਭੇਜੇ ਨੇ 3 ਕਰੋੜ ਰੁਪਇਆ। ਸਾਰਾ ਸਰ ਗੱਲ ਤਾਂ ਨਾ ਮਹਿਰ ਸ਼ਾਹਿਦ ਨੇ, ਸ਼ਾਹਿਦ ਮੇਰਾ ਭਤੀਜਾ ਹੈ। ਹਾਂਜੀ। ਅਸੀਂ ਕਿਸੇ ਨੇ ਵੀ ਪੈਸਾ ਨਹੀਂ ਦਿੱਤਾ। ਅੱਛਾ ਜੀ, ਠੀਕ ਹੋ ਗਿਆ। ਠੀਕ ਹੈ ਜੀ, ਠੀਕ ਹੋ ਗਿਆ। ਬਿਲਕੁਲ ਅਸੀਂ ਇਸ ਦਾ ਹਲਫਨ ਦੇਣ ਵਾਸਤੇ ਆ ਰਹੇ ਕਿ ਅਸੀਂ ਟੋਟਲੀ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ। ਅਖਤਰ ਨੇ ਸਾਡੇ ਰਕਬੇ ਤੇ ਨਜਾਇਜ਼ ਕਬਜ਼ੇ ਦੀ ਕੋਸ਼ਿਸ਼ ਕੀਤੀ ਔਰ ਇੱਕ ਬੰਦਾ ਸਾਡਾ ਵੀ ਮਾਰੇ। ਜੀ ਜੀ, ਠੀਕ ਹੈ। ਹਾਂਜੀ। ਲੇਕਿਨ ਇਹਦੇ ਬਾਵਜੂਦ ਵੀ ਅੱਜ ਤੱਕ ਅਸੀਂ ਇਹਦੇ ਤੇ ਹਮਲਾ ਨਹੀਂ ਕੀਤਾ। ਸਾਡੇ ਘਰਾਂ ਤੇ ਜਾ ਕੇ ਨਾ ਸੁਰਾਖ ਤੱਕੋ ਕਿ ਕਿੰਨੇ ਇਹਨਾਂ ਨੇ ਫਾਇਰ ਕੀਤੇ ਨੇ। ਅਸੀਂ ਸਾਰੇ ਬਾਹਰ ਸਾਡੀ ਕਣਕ ਵੀ ਵੱਡੀ ਹੈ, ਗਾਣ ਲੱਗਿਆ ਹੈ ਥ੍ਰੈਸ਼ਰ ਲਾ ਕੇ। ਇਹਨਾਂ ਨੇ ਫਾਇਰਿੰਗ ਕਰਕੇ ਸਾਡੀ ਵੱਡੀ ਕਣਕ ਢੱਕ ਦਿੱਤੀ। ਠੀਕ ਹੈ, ਸਹੀ। ਅਗਰ ਅਸੀਂ ਐਡੇ ਬਦਮਾਸ਼ ਹੁੰਦੇ ਤਾਂ ਉੱਥੇ ਸਾਡੇ ਮੌਕਿਆਂ ਤੇ ਬੰਦੇ ਹੁੰਦੇ ਜਿਹੜੇ ਅੱਗੋਂ ਇਹਨਾਂ ਨੂੰ ਫਾਇਰ ਮਾਰਦੇ। ਅੱਛਾ ਸਰ, ਹੁਣ ਮੈਨੂੰ ਚੰਦ ਗੱਲਾਂ ਦਾ ਜਵਾਬ ਪਲੀਜ਼ ਦੇਣਾ। ਮੈਨੂੰ ਇਹ ਦੱਸਣਾ, ਇਹ ਜਿਹੜੇ ਵੀਗੋ ਡਾਲੇ ਤੇ ਹਮਲਾ ਹੋਇਆ ਜਿਹਦੇ 'ਚ ਸਾਰੇ ਮਾਰੇ ਗਏ ਨੇ, ਡਾਲਾ ਕਿਹਦਾ ਸੀ? ਇਹ ਡਾਲਾ ਸਾਡਾ। ਇਹ ਵਿੱਚ ਜਿਹੜਾ ਲੜਕਾ ਮੁਬਸ਼ਰ ਚਿੜੀ ਸੀ, ਨਾਜ਼ਮ ਨਾਜੂ ਸੀ, ਨਾਲ ਇੱਕ ਲੜਕਾ ਬੂਰਾ ਸੀ, ਗਫੂਰ ਬੂਰਾ, ਇਹ ਸਾਰੇ ਤੁਹਾਡੀ ਪੇਰੋਲ ਤੇ ਨਹੀਂ? ਤੁਹਾਡੇ ਯਾਨੀ ਕਿ ਜੋ ਪਠਾਨ ਵਿੱਚ ਵਕਾਰ ਬੱਟ ਮੁੰਡਾ ਡਰਾਈਵਰ ਮਾਰਿਆ ਗਿਆ, ਜਿਹੜੇ ਪਠਾਨ ਸਨ, ਇਹਨਾਂ ਨੂੰ ਤਨਖਾਹਾਂ ਕੌਣ ਦਿੰਦਾ? ਅਸੀਂ ਤਨਖਾਹ ਦਿੰਦੇ ਆ। ਉਹ ਜਿਹੜਾ ਬੱਟ ਮੁੰਡਾ ਮਰਿਆ ਵਕਾਰ ਬੱਟ, ਉਹ ਇਸ ਵਾਸਤੇ ਕਿ ਪਿੱਛੇ ਸਾਡੀ ਫੈਮਿਲੀ ਹੈ, ਕਿਰੇ ਜਾਣਾ ਆਣਾ ਹੋਏ ਤੇ ਲੈ ਜਾਏ। ਅੱਛਾ ਅੱਛਾ, ਯਾਨੀ ਕਿ ਤੁਹਾਡੇ ਪਿੱਛੇ ਬੱਚਾ ਬਿਮਾਰ ਹੁੰਦਾ, ਕੋਈ ਬੀਬੀ ਬਿਮਾਰ ਹੁੰਦੀ ਹੈ, ਡਰਾਈਵਰ ਰੱਖੇ ਅਸੀਂ ਆਪਣੇ ਦੇਖਭਾਲ ਵਾਸਤੇ। ਕਾਰ ਡਰਾਈਵਰ ਦੇਖਭਾਲ ਵਾਸਤੇ ਇੱਕ ਪਠਾਨ ਸੀ ਰੱਖੇ ਆ। ਸਹੀ ਹੈ, ਠੀਕ ਹੈ ਜੀ, ਠੀਕ ਹੋ ਗਿਆ। ਇਹ ਜਿਹੜੇ ਚਿੜੀ ਵਗੈਰਾ ਨੇ ਇਹ ਡਿੰਗੇ ਖੋਰਦੇ ਨੇ, ਇਹ ਸਾਡੀ ਪੇਰੋਲ ਤੇ ਨਹੀਂ ਹੈ। ਅੱਛਾ ਜੀ, ਠੀਕ ਹੋ ਗਿਆ ਜੀ। ਅੱਛਾ ਸਰ, ਮੈਂ ਤੁਹਾਨੂੰ ਇੱਕ ਹੋਰ ਗੱਲ ਪੁੱਛਣੀ ਚਾਹੁੰਦਾ ਕਿ ਕੁਝ ਲੋਕਾਂ ਨੇ ਵਿੱਚ ਮੈਸੇਜਿਸ ਕੀਤੇ ਨੇ, ਉਹਨਾਂ ਨੇ ਤੁਹਾਨੂੰ ਇੰਨਾ ਕੁ ਖਤਰਨਾਕ ਬਣਾ ਕੇ ਪ੍ਰੈਜ਼ੈਂਟ ਕੀਤਾ ਸਾਡੇ ਅੱਗੇ। ਉਹਨਾਂ ਨੇ ਕਿਹਾ ਭਾਜੀ ਇਹ ਤੇ ਗਰਚਾਨ ਨਾ ਪੂਰੇ ਗੁਜਰਾਤ ਨੂੰ ਰਾਖ ਦਾ ਢੇਰ ਬਣਾ ਦੇਣ। ਉਹ ਮੈਂ ਕਿਹਾ ਯਾਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇੱਕ ਬੰਦਾ 30-35 ਸਾਲ ਤੋਂ ਬਾਹਰ, ਤਾਂ ਹਾਲੇ ਤੁਸੀਂ ਦੱਸਿਆ ਤੁਸੀਂ 54 ਸਾਲ ਤੋਂ ਬਾਹਰ ਹੋ, ਤੇ ਮੈਂ ਕਿਹਾ ਜਿਹੜਾ ਬੰਦਾ 30-35 ਸਾਲ ਤੋਂ ਬਾਹਰ ਦੇ ਮੁਲਕ 'ਚ ਹੋਵੇ ਨਾ, ਉਹ ਵੈਸੇ ਹੀ ਅਮਨ ਪਸੰਦ ਹੋ ਜਾਂਦਾ ਹੈ। ਉਹ ਅਸੂਲਾਂ ਦੀ ਜਿਹੜੀ ਨਾ। ਮੇਰੀ ਰਿਕੁਐਸਟ ਸੁਣ ਲਓ। ਜੀ ਜੀ ਸਰ ਜੀ, ਇੱਕ ਮੇਰੀ ਰਿਕੁਐਸਟ ਸੁਣ ਲਓ। ਜੀ ਜੀ। ਪਾਕਿਸਤਾਨ ਵਿੱਚ ਵੀ ਝੂਠ ਬੋਲਿਆ ਜਾਂਦਾ ਹੈ, ਯੂਰਪ ਵਿੱਚ ਵੀ ਬੋਲਿਆ ਜਾਂਦਾ, ਦੁਨੀਆ ਸਾਰੀ ਤੇ ਬੋਲਿਆ ਜਾਂਦਾ। ਜੀ 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 ਜੀ, ਠੀਕ ਹੈ। ਹਾਂਜੀ ਸਰ, ਅਸੀਂ ਜਿੰਨੇ ਲੋਕੀ ਜੋ ਵੀ ਰਹਿਣ ਵਾਲੇ ਆ, ਅਸੀਂ ਅਤਲ ਵਿਸਾ ਝੂਠ ਨਹੀਂ ਬੋਲਦੇ। ਠੀਕ ਕਹਿ ਰਹੇ ਹੋ, ਠੀਕ ਕਹਿ ਰਹੇ ਹੋ, ਠੀਕ ਹੈ। ਅਸੀਂ ਅਤਲ ਵਿਸਾ ਝੂਠ ਨਹੀਂ ਬੋਲਦੇ। ਜਿਸ ਭਾਈ ਨੇ ਤੁਹਾਨੂੰ ਮੇਰੇ ਬਾਰੇ ਕਿਹਾ ਨਾ ਕਿ ਉਹਨਾਂ ਨਾਲ ਰਾਬਤਾ ਕਰੋ, ਉਹਨਾਂ ਕੋਲੋਂ ਹੀ ਪੁੱਛ ਲਓ, ਸਫਦਰ ਸਾਹਿਬ ਕੋਲ ਪੁੱਛ ਲਓ। ਸਫਦਰ ਬਰਨਾਲੀ ਸਾਹਿਬ ਵੱਡੇ ਭਾਈ ਨੇ, ਉਹਨਾਂ ਨੇ ਪਤਾ ਤੁਹਾਡੇ ਲੋਕ ਕੀ ਕਿਹਾ? ਮੈਂ ਤੇ ਹੈਰਾਨ ਪਰੇਸ਼ਾਨ ਹੋ ਗਿਆ। ਉਹਨਾਂ ਨੇ ਮੈਨੂੰ ਕਿਹਾ ਚੌਧਰੀ, ਮੈਂ ਕਿਹਾ ਜੀ ਭਾਈਜਾਨ। ਉਹਨਾਂ ਨੇ ਕਿਹਾ ਚੌਧਰੀ ਜਿਹੜਾ ਬੰਦਾ ਹੈ ਨਾ, ਮਹਿਰ ਅਖਤਰ,
ਇਹ ਬੰਦਾ ਲੜਾਈ ਝਗੜੇ ਵਾਲਾ ਨਹੀਂ ਹੈਗਾ ਜੀ। ਹਾਂ, ਅਮਨ ਵਾਸਤੇ ਕਦਮ ਵਧਾ ਸਕਦਾ। ਉਹਨੇ ਕਿਹਾ ਉਹ ਇੰਨੇ ਪੈਸੇ ਨੇ ਉਹਨਾਂ ਕੋਲ, ਉਹ ਲੈਂਡ ਲਾਰਡ ਆਦਮੀ ਨੇ, ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ, ਇਹਨਾਂ ਦਾ ਸ਼ਜਰਾ ਨਸਬਾ ਸਾਰੇ ਜਿਹੜਾ ਨਾ ਉਹ ਮੁਰਾਦ ਹੈ, ਬੜੀਆਂ ਜ਼ਮੀਨਾਂ ਜਾਇਦਾਦ ਵਾਲੇ ਬੰਦੇ ਨੇ। ਤੇ ਫਿਰ ਮੈਂ ਵੀ ਸੋਚੀ ਪਿਆਂਗਾ ਕਿ ਬਰਨਾਲੀ ਸਾਹਿਬ, ਸਫਦਰ ਬਰਨਾਲੀ ਪੂਰੇ ਯਾਨੀ ਤੁਹਾਨੂੰ ਪਤਾ ਫਰਾਂਸ ਦੇ, ਯੂਰਪ ਦੇ ਹਿਊਮਨ ਰਾਈਟਸ ਦੇ ਪ੍ਰੈਜ਼ੀਡੈਂਟ ਨੇ। ਮੈਨੂੰ ਉਹਨਾਂ ਦੀ ਗੱਲ ਤੇ ਅੱਖਾਂ ਬੰਦ ਕਰਕੇ ਇਤਬਾਰ ਹੁੰਦਾ ਹੈ। ਯੂਰਪ ਦੇ ਵੀ ਹਨ ਹਿਊਮਨ ਰਾਈਟਸ। ਸਾਡਾ ਪਿੰਡ ਤੇ ਸਫਦਰ ਸਾਹਿਬ ਦਾ ਪਿੰਡ ਇਤਨੀ ਦੂਰ ਨਹੀਂ ਹੈ, ਠੀਕ ਹੈ ਜੀ। ਮੈਨੂੰ ਬਰਨਾਲੀ ਦੀ ਅਕਸਰੀਅਤ ਮੇਰੇ ਬਾਪ ਦੇ ਨਾਂ ਦੀ ਜਾਣਦੀ ਹੈ। ਸਹੀ ਹੈ, ਸਹੀ ਹੈ, ਸਹੀ ਹੈ, ਸਹੀ ਸਹੀ ਗੱਲ, ਸਹੀ ਗੱਲ। ਔਰ ਸਾਡੇ ਖਾਨਦਾਨ ਨੂੰ ਬਰਨਾਲੀ ਸਾਰਾ ਜਾਣਦਾ ਹੈ। ਠੀਕ ਹੈ। ਹੁਣ ਵਾਲੇ ਮੁੰਡਿਆਂ ਦਾ ਨਹੀਂ ਮੈਂ ਕਹਿੰਦਾ, ਇਹਨਾਂ ਦੇ ਜਿਹੜੇ ਬਾਪ ਨੇ ਉਹ ਸਾਡੇ ਖਾਨਦਾਨ ਨੂੰ ਫਰਦਨ ਜਾਣਦੇ। ਠੀਕ ਹੈ। ਅੱਜ ਤੱਕ ਸਾਡੀ ਕੋਈ ਬੰਦਾ ਤੁਹਾਨੂੰ ਇਹ ਨਹੀਂ ਆਖੜਾ ਕਿ ਇਹਨਾਂ ਨੇ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜੀ। ਵੈਰੀ ਗੁੱਡ, ਵੈਰੀ ਗੁੱਡ। ਅੱਛਾ ਭਾਈਜਾਨ ਮਾਦਰ, ਇੱਕ ਸਵਾਲ ਤੁਹਾਨੂੰ ਹੋਰ ਤਰ੍ਹਾਂ ਕਰਨਾ ਚਾਹ ਰਿਹਾ ਮੈਂ, ਛੋਟੀ ਜਿਹੀ ਗੱਲ ਕਲੀਅਰ ਕਰ ਦੇਣਾ। ਮਰਜ਼ੀ ਭਜਨ ਕਰੋ, ਮੈਂ ਅੱਗੋਂ ਵੀ ਤੁਹਾਡੇ ਨਾਲ ਰਾਬਤੇ 'ਚ ਰਹਿਣਾ ਹੈ। ਬਿਲਕੁਲ ਸਹੀ ਗੱਲ ਹੈ, ਇਨਸ਼ਾਅੱਲਾ ਤਾਲਾ। ਮੈਂ ਇੱਕ ਛੋਟਾ ਜਿਹਾ ਸਵਾਲ ਤੁਹਾਨੂੰ ਕਰਨਾ ਜਿਹੜਾ ਕਿ ਬੜਾ ਜ਼ਰੂਰੀ ਹੈਗਾ ਨਾ, ਉਹ ਹੈ ਕਿ ਭਾਇਆ ਨੇ ਇਹਦੀ ਜਿਹੜੀ ਜ਼ਮੀਨ ਹੈਗੀ ਸੀ ਅਖਤਰ ਗੁੱਜਰ ਦੀ, ਬਾਹਰ ਸੜਕ ਵਾਲੇ ਪਾਸੇ 3 ਮਰਬੇ, ਔਰ ਉਹਦੇ ਬਾਅਦ ਇਹਦੀ ਪਿੱਛੇ ਜਿਹੜੀ ਜਗ੍ਹਾ ਨਹਿਰ ਦੇ ਕੋਈ 2-3 ਮਰਬੇ ਵੇ, ਉਹਦਾ ਕੀ ਫੱਟਾ ਤੁਹਾਡੇ ਨਾਲ ਚੱਲ ਰਿਹਾ? ਉਹ ਤੁਹਾਡੀ ਜਗ੍ਹਾ ਕਿ ਇਹਦੀ ਜਗ੍ਹਾ ਹੈ? ਕੌਣ ਕਿਹਦੀ ਜਗ੍ਹਾ ਤੇ ਕਬਜ਼ਾ ਕਰਨਾ ਚਾਹ ਰਿਹਾ ਹੈ? ਇਹਦੀ ਨਾ ਇੰਨੀ ਜ਼ਮੀਨ ਹੈ, ਇਹ ਜਿਤਨੀ ਤੁਹਾਨੂੰ ਇਨਫੋਰਮੇਸ਼ਨ ਆਈ ਹੈ ਇਹ ਸਾਰਾ ਗਲਤ ਹੈ ਜੀ। ਨਹਿਰ ਦੇ ਨਾਲ ਇਹਦੀ ਕੋਈ ਜ਼ਮੀਨ ਨਹੀਂ, ਔਰ ਸਾਡੇ ਨਾਲ ਇਹਦਾ ਕੋਈ ਰਕਬਾ ਨਹੀਂ ਟੋਟਲੀ। ਸਹੀ, ਠੀਕ ਹੋ ਗਿਆ, ਠੀਕ ਹੋ ਗਿਆ। ਸਾਡੇ ਇਹਦੀ ਫੈਮਿਲੀ ਜਿਹੜੀ ਬਕਾਇਆ ਇਹਦੀ ਨਾਨਕੀ ਫੈਮਿਲੀ ਰੰਧੀਰ ਹੈ ਨਾ, ਉਹ ਸਾਡੇ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੀ ਆਈ ਔਰ ਹੈ। ਅੱਛਾ ਅੱਛਾ ਅੱਛਾ, ਠੀਕ ਹੈ। ਉਹਦੇ ਵਿੱਚ ਮੇਨ ਕਿਰਦਾਰ ਇਹਦਾ ਅਖਤਰ ਗੁੱਜਰ ਦਾ। ਤੇ ਇਹਨਾਂ ਨੇ ਸਾਡਾ ਬੰਦਾ ਵੀ ਕਤਲ ਕੀਤੇ, ਸਾਡਾ ਕੇਸ ਅਦਾਲਤ ਵਿੱਚ ਲੱਗੇ ਜਿਹਦੇ ਚ ਮੈਂ ਮੌਕੇ ਦਾ ਸ਼ਹਾਦਤੀ ਹਾਂ। ਅੱਛਾ ਅੱਛਾ। ਮੈਂ ਪਿੱਛੇ ਪਾਕਿਸਤਾਨ ਗਿਆ ਸ਼ਹਾਦਤ ਦੇਣ, ਤੇ ਮੈਂ ਜਿਤਨੇ 2 ਦਿਨ ਮੈਂ ਗਿਆ, ਮੈਂ ਪੁਲਿਸ ਦੀ ਹਿਫਾਜ਼ਤ ਵਿੱਚ ਇਹਨਾਂ ਦੀ ਡਰਦਿਆਂ ਗਿਆ ਕਿ ਮੈਨੂੰ ਨਾ ਮਾਰ ਦੇ। ਓਹੋ, ਅੱਛਾ 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 ਅੱਛਾ, ਠੀਕ ਠੀਕ ਠੀਕ। ਤੇ ਫਿਰ ਇਹ ਜਿਹੜੇ ਲੋਕ ਜਿਨ੍ਹਾਂ ਨੇ ਸਾਨੂੰ ਮੈਸੇਜ ਕੀਤੇ ਨੇ, ਉਹਨਾਂ ਨੇ ਫਿਰ ਇਹਦਾ ਮਤਲਬ ਬਕਵਾਸ ਕੀਤੀ ਨਾ, ਉਹਨਾਂ ਨੇ ਤੁਹਾਨੂੰ ਮਨਫੀ ਪ੍ਰੋਪੇਗੈਂਡਾ ਕੀਤਾ। ਮੇਰੀ ਨਜ਼ਰ 'ਚ ਉਹਨਾਂ ਨੇ ਤੁਹਾਨੂੰ ਪੰਜਾਬ ਦਾ ਸਭ ਤੋਂ ਵੱਡਾ ਬਦਮਾਸ਼ ਦਾਊਦ ਇਬਰਾਹਿਮ ਲੈਵਲ ਦਾ ਬਣਾਤਾ ਹੈ। ਬਣਾਇਆ ਬਿਲਕੁਲ ਉਹਨਾਂ ਨੇ ਬਣਾਇਆ। ਠੀਕ ਹੈ, ਹਾਂਜੀ ਬਿਲਕੁਲ ਬਣਾਇਆ। ਤੁਹਾਡੇ ਮੈਂ ਜਿੰਨੇ ਤੁਸੀਂ ਮੇਰੇ ਤੇ ਪ੍ਰੋਗਰਾਮ ਕੀਤੇ ਨੇ, ਮੈਂ ਸਰ ਬੜੀ ਗੌਰ ਨਾਲ ਸੁਣੇ ਨੇ। ਠੀਕ ਹੈ, ਤੇ ਮੇਰੀ ਮੋਹਤਪਾਨਾ ਗੁਜ਼ਾਰਿਸ਼ ਹੈ ਕਿ ਸਾਡਾ ਪੂਰੇ ਖਾਨਦਾਨ ਦਾ ਦਾਦੇ ਤੱਕ ਮੈਨੂੰ ਪਤਾ ਸਾਡਾ ਇਹੋ ਜਿਹਾ ਕਰੈਕਟਰ ਹੋਇਆ ਹੀ ਨਹੀਂ, ਉਹ ਨਾ ਹੋਣਾ। ਬਿਲਕੁਲ ਠੀਕ ਹੈ, ਠੀਕ ਹੈ ਜੀ, ਬਿਲਕੁਲ ਠੀਕ ਹੈ। ਦਾਦੇ ਦੀ ਅੱਗੇ ਨਹੀਂ ਮੈਂ ਕਹਿੰਦਾ, ਦਾਦੇ ਤੱਕ ਮੈਨੂੰ ਪਤਾ ਕਿ ਸਾਡਾ ਅਗਰ ਅਮਨ ਦਾ ਪੈਗਾਮ ਨਹੀਂ ਤੇ ਬਦਮਾਸ਼ੀ ਦਾ ਅਸੀਂ ਸੋਚਿਆ ਹੀ ਨਹੀਂ। ਸਹੀ 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 ਸਹੀ। ਮੈਂ ਸਰ ਅਖਤਰ ਸਾਹਿਬ ਤੁਹਾਡੇ ਕੋਲੋਂ, ਤੁਸੀਂ ਮੇਰੇ ਯਕੀਨਨ ਮੇਰਾ ਲੈਂਡਲਾਰਡ, ਜੀ ਜੀ, ਮੈਂ ਹੁਣ ਤੁਹਾਨੂੰ ਇਹ ਵੀ ਦੱਸ ਦੇਣਾ, ਬਾਪ ਮੇਰਾ ਲੈਂਡਲਾਰਡ, ਜੀ ਜੀ, ਠੀਕ ਜੀ ਜੀ, ਲੈਂਡਲਾਰਡ ਆਦਮੀ ਦੀ ਔਲਾਦ ਨੂੰ ਇਹੋ ਜਿਹੇ ਕਰਦੇ ਵੀ ਸ਼ਰਮ ਆਉਂਦੀ। ਸਰ ਤੁਹਾਡੀ ਏਜ ਕਿੰਨੀ? ਮਾਸ਼ਾਅੱਲਾ ਤੁਹਾਡੀ ਮਾਸ਼ਾਅੱਲਾ ਏਜ ਕਿੰਨੀ? ਮੇਰੀ ਹੁਣ 75 ਸਾਲ ਹੋ ਗਈ ਹੈ ਸਰ ਫਿਰ ਤਾਂ ਤੁਸੀਂ ਸਾਡੇ ਵਾਲਦ ਜਿੱਡੇ ਹੋਏ। ਭਾਜੀ ਸਭ ਤੋਂ ਪਹਿਲੇ ਤਾਂ ਮੈਂ, ਅਗਰ ਤੁਹਾਡੀ ਦਿਲ ਆਜ਼ਾਰੀ ਹੋਈ ਹੈ ਨਾ, ਜਾਂ ਮੇਰੇ ਪ੍ਰੋਗਰਾਮ ਤੋਂ ਤੁਹਾਡੇ ਦਿਲ 'ਚ ਕੋਈ ਨਫ਼ਰਤ ਦਾ ਨਸ਼ਤਰ ਵਜਿਆ ਹੈ, ਭਾਜੀ ਮੈਂ ਮਾਫੀ ਚਾਹੁੰਦਾ। ਦੂਸਰੀ ਗੱਲ ਹੈ, ਅਸੀਂ ਦੇਖੋ ਨਾਲ ਕਹਿਣ ਦੇ ਹਾਂ ਕਿ ਜ਼ਰਾਏ ਤੋਂ ਖਬਰਾਂ ਆ ਰਹੀਆਂ ਨੇ, ਨਾਲ ਮੈਂ ਵੀ ਕਹਿ ਰਿਹਾ ਜੋ ਲੋਕ ਕਹਿ ਰਹੇ ਨੇ। ਮੈਂ ਕਦੀ ਇਹ ਨਹੀਂ ਕਿਹਾ ਕਿ ਮੇਰੀ ਖਬਰ, ਮੈਂ ਲੋਕਾਂ ਦੇ ਜਜਮੈਂਟ ਛੱਡਣਾ ਵਾ। ਉਹਦੇ 'ਚ ਤੁਹਾਡੇ ਥੱਲੇ ਹੱਕ 'ਚ ਵੀ ਬਹੁਤ ਜ਼ਿਆਦਾ ਕਮੈਂਟ ਹੋਏ ਨੇ, ਜ਼ਾਹਿਰ ਹੈ ਕਿ ਉਹਨਾਂ ਦੇ ਵੀ ਕੋਈ ਰਿਸ਼ਤੇਦਾਰ ਹੋਣਗੇ। ਕੁਛ ਥੱਲੇ ਕਮੈਂਟ ਕਹਿ ਰਹੇ ਚੋਈ ਸਾਹਿਬ ਤੁਸੀਂ ਬਹੁਤ ਅੱਛਾ ਪ੍ਰੋਗਰਾਮ ਕੀਤਾ ਹੈ, ਇੰਜ ਦੇ ਹੀ ਨੇ। ਲੇਕਿਨ ਜ਼ਿਆਦਾਤਰ ਲੋਕ ਤੁਹਾਡੇ ਹੱਕ 'ਚ ਲਿਖ ਰਹੇ ਨੇ, ਉਹਦਾ ਕਮੈਂਟ ਬਾਕਸ ਤੁਸੀਂ ਪੜ੍ਹ ਸਕਦੇ ਹੋ। ਔਰ ਮੈਂ ਕਮੈਂਟ ਡਿਲੀਟ ਨਹੀਂ ਜੇ ਕਰਦਾ। ਮੈਨੂੰ ਲੋਕਾਂ ਨੇ ਥੱਲੇ ਲਿਖਿਆ ਚੋਈ ਸਾਹਿਬ ਪੈਸੇ ਲੈ ਲੈ ਜੇ। ਮੈਂ ਕਿਹਾ ਯਾਰ ਪੈਸਾ ਤੇ ਅੱਲਾ ਨੇ ਮੈਨੂੰ ਇੰਨਾ ਦੇ ਛੱਡਿਆ, ਮੇਰੀਆਂ 7 ਨਸਲਾਂ ਬਹਿ ਖਾਂਦੀਆਂ ਨਹੀਂ ਮੁੱਕਦਾ। ਮੈਨੂੰ ਵੀ ਕਾਫੀ ਬੰਦਿਆਂ ਨੇ ਕਿਹਾ ਕਿ ਚੋਈ ਸਾਹਿਬ ਨੇ ਪੈਸੇ ਲੈ ਕੇ ਤੁਹਾਡੇ ਖਿਲਾਫ ਤੇ ਕਰਤੇ। ਮੈਂ ਕਿ ਮੈਂ ਇਹਦੇ ਤੇ ਕੋਈ ਤਬਸਰਾ ਨਹੀਂ ਕਰਦਾ। ਚੋਈ ਸਾਹਿਬ ਨੂੰ
जो भी इंफॉर्मेशन किसी देती है गलत देती है। ਭਾਈਜਾਨ ਮੈਨੂੰ ਇਹ ਦੱਸੋ, ਪਹਿਲੇ ਮੈਨੂੰ ਇਹ ਦੱਸੋ। मेरी रिक्वेस्ट सुन लो सर। जी जी कोई कमेंट्स ਤੁਹਾਡੇ ਬਾਕਸ ਵਿੱਚ ਗਿਆ जी जी ऐसे मेरे को ਇੱਕੋ ਹੀ WhatsApp है। जी जी ठीक है जी जी ਇਸ WhatsApp ਤੇ ਅਗਰ ਤੁਹਾਡੇ ਵਿੱਚ ਬਾਕਸ ਵਿੱਚ ਕੋਈ ਮੇਰਾ ਕਮੈਂਟਸ ਹੈ ਤੇ ਮੈਨੂੰ ਦੱਸੋ। ਨਹੀਂ ਨਹੀਂ ਪਬਲਿਕ ਕਰ ਰਹੀ ਸਰ ਬਹੁਤ ਹੋਈ ਹੈ, ਪਬਲਿਕ ਕਰ ਰਹੀ ਹੈ, ਸਹੀ ਕਹਿ ਰਹੇ ਹੋ। ਜੀ 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 ਇਹ ਪਬਲਿਕ ਕਰ ਰਹੀ ਹੈ, ਤਕਲੀਫ ਮੈਨੂੰ ਵੀ ਸਰ ਬਹੁਤ ਹੋਈ ਹੈ, ਯਕੀਨ ਕਰੋ। ਬਿਲਕੁਲ ਠੀਕ ਹੈ, ਕੋਈ ਐਸੀ ਗੱਲ ਨਹੀਂ। ਇਨਸ਼ਾਅੱਲਾ ਤਾਲਾ ਤੁਹਾਡਾ ਸਾਰਾ ਪੈਗਾਮ ਸਾਹਿਬ ਨੇ ਬਗੈਰ ਛਾਨਬੀਨ ਕੀਤੇ ਸੀ। ਹਾਂਜੀ ਐਡੇ ਵੱਡੇ ਇਲਜ਼ਾਮਾਤ। ਸਰ ਹੁਣ ਪਤਾ ਕੀ ਹੈ, ਹੁਣ ਤੁਹਾਡਾ ਨੰਬਰ ਮੇਰੇ ਕੋਲ ਆ ਗਿਆ ਨਾ, ਹੁਣ ਮੈਨੂੰ ਜਿੰਨੇ ਕੋਈ ਗੱਲ ਕਰਨੀ ਮੈਂ ਸਿੱਧੀ ਤੁਹਾਨੂੰ ਕਾਲ ਕਰ ਦੇਣੀ। ਮੇਰੇ ਕੋਲ ਰਾਬਤਾ ਨੰਬਰ ਹੀ ਕਿਸੇ ਦਾ ਨਹੀਂ ਸੀ। ਮੈਂ ਕਿਹਾ ਹੁਣ ਚੱਲਣ ਤੋਂ ਜਿੱਦਾਂ ਜੋ ਬਿਆਨ ਆ ਰਿਹਾ ਸੀ ਲਾਈ ਜਾਣੇ ਨਾ, ਨਾਲ ਅਸੀਂ ਇਹ ਵੀ ਕਹੀ ਜਾ ਰਹੇ ਹਾਂ ਬਾਰ-ਬਾਰ ਕਿ ਜਿੰਨੇ ਰਾਬਤਾ ਕਰਨਾ, ਦੇਖੋ ਮੈਂ ਹਰ ਜਗ੍ਹਾ ਆਪਣਾ ਨੰਬਰ ਦੇ ਰਿਹਾ ਵਾਂ। ਕਿਉਂ ਦੇ ਰਿਹਾ ਵਾਂ ਕਿ ਅਗਰ ਕਿਸੇ ਨੂੰ ਤਕਲੀਫ ਹੋਵੇ, ਕਿਸੇ ਨੂੰ ਮੇਰੀ ਗੱਲ ਨਾਲ ਇਖਤਲਾਫ ਹੋਵੇ, ਮੇਰੇ ਨਾਲ ਰਾਬਤਾ ਕਰ ਲੈ। ਸਾਡਾ ਪਲੇਟਫਾਰਮ ਹਾਜ਼ਰ ਹੈ। ਹੁਣ ਇਹ ਤੁਹਾਡਾ ਸਾਰਾ ਮੈਸੇਜ ਅਸੀਂ ਜਿਹੜਾ ਨਾ ਐਜ਼ ਇਟ ਇਜ਼ ਸਾਰੀ ਦੁਨੀਆ ਨੂੰ ਸੁਣਾ ਦੇਣਾ, ਤੇ ਭਾਜੀ ਫੈਸਲਾ ਤੇ ਲੋਕਾਂ ਨੇ ਕਰਨਾ ਹੁੰਦਾ ਨਾ। ਅਸੀਂ ਐਵੇਂ ਕਹੀ ਜੇ ਹੁਣ ਸਾਨੂੰ ਇੱਥੇ ਬੈਠੇ ਕੀ ਪਤਾ ਕਿਹੜਾ। ਸਾਰੇ ਤੁਸੀਂ ਸਫਦਰ ਸਾਹਿਬ ਕੋਲ ਪੁੱਛ ਲਓ। ਜੀ ਜੀ ਹੋਰ ਇਲਾਕੇ ਦੇ ਜਿੰਨੇ ਮੋਤਬਰ ਹਨ ਜੀ ਜੀ ਕਿਸੇ ਕੋਲ ਸਾਡੇ ਖਾਨਦਾਨ ਦੇ ਬਾਰੇ ਪੁੱਛ ਲਓ। ਸਰ ਅਸੀਂ 2-3 ਦਿਨ ਤੱਕ ਤੁਹਾਡੇ ਪਿੰਡ ਆ ਰਹੇ ਹਾਂ। ਅਸੀਂ 2-3 ਦਿਨ ਤੱਕ ਆ ਰਹੇ ਹਾਂ। ਡੀਂਗੇ ਔਰ ਨੰਧੀਰ ਅਸੀਂ ਦੋਨਾਂ ਪਿੰਡਾਂ ਜਾਣਾ ਜੇ। ਅਸੀਂ ਆ ਕੇ ਇਨਸ਼ਾਅੱਲਾ ਲੋਕਾਂ ਦੇ ਬਿਆਨ ਵੀ ਲਾਂਗੇ। ਔਰ ਇਹ ਤੁਸੀਂ ਬਿਲੀਵ ਰੱਖਣਾ, ਅਗਰ ਤੁਹਾਡਾ ਬਿਆਨ ਇਹ ਵਿੱਚ ਜਿਹੜਾ ਤੁਸੀਂ ਕਿਹਾ ਕਿ ਚੋਇਸਾ ਤੁਹਾਡੇ ਪ੍ਰੋਗਰਾਮ 'ਚ ਗਲਤ ਦੀ ਇੱਕ ਲਫ਼ਜ਼ ਵੀ ਮੈਂ ਕੱਟਾਂਗਾ ਨਾ ਤੇ ਫਿਰ ਮੇਰਾ ਨਾਮ ਬਦਲ ਦੇਣਾ। ਮੈਂ ਆਪਣਾ ਕੰਮ ਜਿਹੜੀ ਦਿਆਨਤਦਾਰੀ ਨਾਲ ਕਰ ਰਿਹਾ ਨਾ, ਜਾਂ ਮੈਂ ਜਾਣਨਾ ਜਾਂ ਮੇਰਾ ਅੱਲਾ ਸ਼ਾਹਿਦ ਹੈ। ਠੀਕ ਹੈ ਕਿ ਨਹੀਂ? ਤੁਹਾਡਾ ਸਾਰਾ ਪੈਗਾਮ ਸਾਰਾ ਗੁੰਮ ਇਨਸ਼ਾਅੱਲਾ ਰਾਬਤੇ 'ਚ ਰਵਾਂਗੇ। ਜੀ ਸਰ ਜੀ ਸਰ। ਰਣਧੀਰ ਆਣਾ ਹੈ ਨਾ, ਹਾਂਜੀ ਇੱਕ ਦਿਨ ਮੈਨੂੰ ਪਹਿਲੇ ਇਨਫਾਰਮ ਕਰਨਾ ਹੈ। ਠੀਕ ਹੈ ਸਰ, ਠੀਕ ਹੋਗਾ। ਬੰਦਾ ਸਾਡਾ ਕੋਈ ਨਹੀਂ ਕੋਈ ਖਾਸ, ਲੇਕਿਨ ਜਿਹੜੇ ਇਹਨਾਂ ਨੇ ਇੱਕ ਦੋ ਟੁੱਟੇ ਭੱਜੇ ਉਹ ਤੁਹਾਨੂੰ ਮੋਸਟ ਵੈਲਕਮ ਕਰਦੇ ਹੋ। ਸਰ ਥੈਂਕ ਯੂ ਵੈਰੀ ਮਚ। ਤੁਸੀਂ ਮੇਰੇ ਘਰੋਂ ਖਾਣਾ ਸਰ ਥੈਂਕ ਯੂ ਵੈਰੀ ਮਚ ਜੀ। ਇਨਸ਼ਾਅੱਲਾ 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 ਹਾਂ ਇੱਕ ਦਿਨ ਪਹਿਲੇ ਇਨਫਾਰਮ ਕਰਨਾ ਸਰ। ਚਲੋ ਸਰ, ਮੈਂ ਫਿਰ ਸਰ ਜਾਂਦੇ ਹੋਏ ਤੁਹਾਡੇ ਕੋਲ ਮਾਫੀ ਮੰਗਣਾ ਵਾ। ਅਗਰ ਦੇਖੋ ਮੇਰੀ ਗੱਲ ਸੁਣ ਲਓ, ਅਗਰ ਤੁਸੀਂ ਚੁੱਕ ਮੇਰੇ ਵਾਲਦ ਦੀ ਉਮਰ ਦਿਓ ਤੇ ਮੇਰਾ ਕੱਦ ਵੱਡਾ ਹੋਏਗਾ ਇਸ ਗੱਲ ਨਾਲ ਨਾ, ਅਗਰ ਤੁਹਾਡੀ ਦਿਲਦਾਰੀ ਸਰ ਮੈਂ ਫਿਰ ਤੁਹਾਡੇ ਕੋਲ ਮਾਫੀ ਮੰਗਣਾ। ਤੇ ਮੇਰਾ ਮਕਸਦ ਦਿਲਦਾਰੀ ਕਰਨਾ ਨਹੀਂ ਚਾਹੁੰਦਾ ਸਰ। ਉਹ ਮਸਲਾ ਸਾਡਾ ਦੋਨਾਂ ਦਾ ਹੱਲ ਹੋ ਗਿਆ। ਜੀ ਹਾਂ ਜੀ ਹਾਂ ਠੀਕ ਹੈ ਜੀ ਹਾਂ ਜੀ ਹਾਂ ਜੀ ਹਾਂ। ਮੈਂ ਜੇ ਤੁਹਾਨੂੰ ਮੰਨੇ ਕਿ ਮੇਰੀ ਬਹੁਤ ਦਿਲਦਾਰੀ ਹੈ, ਤੁਸੀਂ ਕਿਹਾ ਕਿ ਮਾਜ਼ਰਤ ਤੇ ਮੈਂ ਖੁਸ਼ ਦਿਲੀ ਨਾਲ ਕਬੂਲ ਕਰ ਲਈ। ਸਰ ਕੋਈ ਮਸਲਾ ਹੀ ਨਹੀਂ ਰਹਿ ਗਿਆ। ਸਰ ਅੱਲਾ ਮੀਆਂ ਤੁਹਾਨੂੰ ਜ਼ਿੰਦਗੀ ਸਿਹਤ ਔਰ ਤੰਦਰੁਸਤੀ ਅਤਾ ਫਰਮਾਏ। ਚਾਰ ਰਣਧੀਰ ਆਣਾ ਇੱਕ ਦਿਨ ਪਹਿਲੇ ਇਨਫਾਰਮ ਕਰਨਾ ਹੈ। ਡਨ ਹੋਗਾ ਸਰ, ਡਨ ਹੋਗਾ, ਡਨ ਹੋਗਾ। ਮੇਰਾ ਕਿਸੇ ਕੋਲੋਂ ਵੀ ਪੁੱਛ ਲਓ, ਮੈਂ ਅਖਤਰ ਦੇ ਜਾਣਾ ਹੈ। ਜੀ ਜੀ ਠੀਕ ਹੈ ਜੀ ਜੀ। ਤੁਹਾਨੂੰ ਦੱਸਣ ਦੇ ਤੇ ਇੱਕ ਦੋ ਬੰਦੇ ਵੀ ਤੁਹਾਨੂੰ ਮੇਰੇ ਜ਼ਰੂਰ ਮਿਲਣਗੇ। ਠੀਕ ਹੈ ਸਰ। ਜਾ ਕੇ ਤੱਕ ਲਿਓ, ਸਾਡੇ ਘਰਾਂ ਦੀ ਹਾਲਤ ਤੱਕ ਲਓ। ਸਰ ਠੀਕ ਹੋ ਗਿਆ। ਇਹ ਅਸੀਂ ਕੋਈ ਮੋਰੀਆਂ ਬੰਦ ਵੀ ਕੀਤੀਆਂ। ਜੀ ਜੀ ਠੀਕ ਹੈ ਜੀ ਠੀਕ ਹੋ ਸਰ। ਸਰ ਥੈਂਕ ਯੂ ਵੈਰੀ ਮਚ। ਇਹਨੇ ਬੰਦਾ ਮਾਰੇ ਜੀ 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 ਜੀ। ਲੇਕਿਨ ਇਹਦੇ ਬਾਵਜੂਦ ਅਸੀਂ ਆਪਣੀ ਹਿਫਾਜ਼ਤ ਜ਼ਰੂਰ ਕਰਨੇ ਆ, ਲੇਕਿਨ ਅੱਗੋਂ ਇਹਨਾਂ ਚ ਅੱਜ ਤੱਕ ਹਮਲਾ ਨਹੀਂ ਕੀਤਾ। ਠੀਕ ਹੋਗਾ ਸਰ। ਤਕਲੀਫ ਸਾਨੂੰ ਵੀ ਹੈ। ਠੀਕ ਹੋਗਾ। ਠੀਕ ਹੈ ਜੀ ਜੀ। ਲੇਕਿਨ ਅੱਲਾ ਨੇ ਸਬਰ ਦਿੱਤੇ ਐਸੀ ਕਿ ਦੇਖਣ ਦੇ ਲੜਨੇ ਆਪੇ। ਠੀਕ ਹੈ ਜੀ 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 ਜੀ। ਸਰ ਥੈਂਕ ਯੂ ਵੈਰੀ ਮਚ ਜੀ। ਭਾਈ ਮੈਂ ਰਾਬਤੇ ਚ ਰਹਿਣਾ ਸ਼ਾਹ ਸਾਹਿਬ। ਸਰ ਤੁਹਾਡੀ ਬੈਲ ਆਏਗੀ, ਮੇਰੀ ਫੌਰਨ ਕਾਲ ਬੈਕ ਆਏਗੀ। ਬਹੁਤ ਮਿਹਰਬਾਨੀ ਸਰ। ਕੇਸ ਦੇ ਹਵਾਲੇ ਨਾਲ ਨਹੀਂ, ਜ਼ਿੰਦਗੀ ਵਿੱਚ ਵੀ ਰਾਬਤੇ ਚ ਰਹਿਣਾ। ਸਰ ਥੈਂਕ ਯੂ ਵੈਰੀ ਮਚ। ਅੱਲਾ ਮੀਆਂ ਤੁਹਾਨੂੰ ਆਪਣੀ ਪਨਾਹ ਚ ਰੱਖਣ, ਜ਼ਿੰਦਗੀ सेहत और तंदुरुस्ती अता फरमान। सर थैंक यू वेरी मच जी, थैंक यू वेरी मच। आमीन। अल्लाह हाफिज, अल्लाह हाफिज। रिकॉर्डिंग सुन ली आपने नाज़रीन। अब आप लोगों ने नीचे ये लिखना है, जिस तरह नीचे कमेंट बॉक्स में लोग लिख रहे हैं कि ये सिलीजियन माफिया था, ये बहुत ख़तरनाक लोग थे। अब आप लोग ऑडियो सुन के जो है ना, जितनी भी ऑडियंस हमें देखने वाली है, लाजमी अपना फ़र्ज समझ के नीचे लिखिएगा कि आपको ये करैक्टर 85 साल इनकी उम्र है और इनको शदीद अलालत है, बहुत ज़्यादा बीमार है ये। और मेरा ख्याल है 85 साल की उम्र में झूठ बोलना बंदा छोड़ देता है, या बंदा जो है ना, मेरा ख्याल है उसको नज़र आ जाएगा मैंने मर जाना, बंदा सच का रास्ता अडॉप्ट कर लेता है ताकि मेरी बख्शिश हो जाए। आपने इस प्रोग्राम में किए गए सवालात और जवाबात को गौर से सुनना है और फैसला करना है कि ये बंदा शरीफ लग रहा है या ये बंदा आपको बदमाश लग रहा है। आपने कमेंट बॉक्स में अपनी राय से आगाह करना है और मैंने हमेशा की तरह आपको रिप्लाई करने की कोशिश करनी है। अपना ढेर सारा ख्याल रखिएगा जी। पाकिस्तान जिंदाबाद।